ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਭਾਨੀ ਜੀ ਗੁਰਮਤ ਦੇ ਆਦਰਸ਼ਕ ਸਿਧਾਂਤ ਲਈ ਤੇ ਸਿੱਖੀ ਦੇ ਫੈਲਾਅ ਲਈ ਭਾਵੇਂ ਸਾਰੇ ਗੁਰੂ ਮਹਿਲਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ, ਪਰ ਮਾਤਾ ਭਾਨੀ ਜੀ ਦਾ ਸੇਵਾ ਸਿਮਰਨ ਤੇ ਕੁਰਬਾਨੀ ਦੇ ਖੇਤਰ ਵਿੱਚ ਬਹੁਤ ਉੱਚਾ ਸਥਾਨ ਹੈ। ਆਪ ਉਹ ਖੁਸ਼ਕਿਸਮਤ ਨਾਰੀ ਸੀ ਜਿਸ ਦਾ 8 ਪਾਤਸ਼ਾਹੀਆਂ ਨਾਲ ਸੰਸਾਰਕ ਰਿਸ਼ਤੇ ਵਜੋਂ ਸਿੱਧੀ ਸਾਂਝ ਸੀ। ਮਾਤਾ ਭਾਨੀ ਜੀ ਨੂੰ ਤੀਜੀ ਨਾਨਕ ਜੋਤ ਗੁਰੂ ਅਮਰਦਾਸ ਜੀ ਦੀ ਪੁੱਤਰੀ, ਚੌਥੀ ਨਾਨਕ ਜੋਤ ਗੁਰੂ ਰਾਮਦਾਸ ਜੀ ਦੀ ਪਤਨੀ, ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ, ਛੇਵੀਂ ਨਾਨਕ ਜੋਤ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਹੋਣ ਦਾ ਮਾਣ ਪ੍ਰਾਪਤ ਹੋਇਆ। ਇੱਕ ਨਾਰੀ ਦੇ ਸੰਸਾਰਕ ਰਿਸ਼ਤਿਆਂ ਵਿੱਚ ਪੁੱਤਰੀ, ਪਤਨੀ, ਮਾਂ ਤੇ ਦਾਦੀ ਬਣਨਾ ਮਹੱਤਵਪੂਰਨ ਪੜਾਅ ਹਨ। ਇਸੇ ਤਰ੍ਹਾਂ ਮਾਤਾ ਭਾਨੀ ਗੁਰੂ ਤੇਗ ਬਹਾਦਰ ਜੀ ਦੀ ਪੜਦਾਦੀ ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਾਦੇ ਦੀ ਦਾਦੀ ਹੈ। ਇਤਿਹਾਸ ਵਿੱਚ ਇਹ ਸਪਸ਼ਟ ਹੈ ਕਿ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੇ ਧੁਰੋਂ ਵਰਸਾਏ ਹੋਣ ਕਾਰਨ 7 ਪਾਤਸ਼ਾਹੀਆਂ ਸੋਢੀ ਪਰਿਵਾਰ ਵਿੱਚ ਹੀ ਹੋਈਆਂ ਤੇ ਇਹ ਸਾਰੇ ਪਰਿਵਾਰ ਦੀ ਮੁੱਢਲੀ ਨਾਰੀ ਮਾਤਾ ਭਾਨੀ ਹੀ ਸੀ। ਸਾਡੇ ਦੇਸ਼ ਦੇ ਸਮਾਜਿਕ ਇਤਿਹਾਸ ਵਿੱਚ ਨਾਰੀ ਦਾ ਸਥਾਨ ਸਮੇਂ-ਸਮੇਂ ਸਿਰ ਮਰਦ ਸਮਾਜ ਦੀ ਦ੍ਰਿਸ਼ਟੀ ਵਿੱਚ ਬਦਲਦਾ ਰਿਹਾ ਹੈ। ਇਤਿਹਾਸ ਦੇ ਪੱਤਰੇ ਫੋਲਿਆਂ ਪਤਾ ਲੱਗਦਾ ਹੈ ਕਿ ਕਦੇ ਇਸ ਦੇਸ਼ ਦੇ ਧਾਰਮਿਕ ਸਮਾਗਮਾਂ ਵਿੱਚ ਉਨਾ ਚਿਰ ਯੱਗ ਸੰਪੂਰਨ ਨਹੀਂ ਸੀ ਮੰਨਿਆ ਜਾਂਦਾ ਜਦ ਤੱਕ ਕਿ ਨਾਰੀ ਉਸ ਵਿੱਚ ਆਪਣਾ ਯੋਗਦਾਨ ਨਾ ਪਾਏ। ਫਿਰ ਅਸੀਂ ਦੇਖਦੇ ਹਾਂ ਕਿ ਨਾਰੀ ਨੂੰ ਕਦੇ ਆਪਣਾ ਵਰ ਚੁਣਨ ਲਈ ਪੂਰੀ ਖੁੱਲ੍ਹ ਤੇ ਆਜ਼ਾਦੀ ਸੀ। ਸਵੰਬਰ ਇਸੇ ਸੁਤੰਤਰਤਾ ਦਾ ਸਬੂਤ ਸਨ, ਕਿਉਂਕਿ ਰਾਜਾਸ਼ਾਹੀ ਯੁੱਗ ਵਿੱਚ ਰਾਜਕੁਮਾਰੀਆਂ ਦੇ ਸਵੰਬਰ ਇਤਿਹਾਸ ਵਿੱਚ ਦਰਜ ਹਨ, ਪਰ ਆਮ ਯੁਵਤੀਆਂ, ਨੌਜਵਾਨ ਨਾਰੀਆਂ ਦੇ ਵਰ ਚੁਣਨ ਨੂੰ ਯਾਦ ਹੀ ਨਹੀਂ ਕੀਤਾ ਜਾਂਦਾ। ਫਿਰ ਮਰਦ ਸਮਾਜ ਨੇ ਨਾਰੀ ਦਾ ਇਹ ਅਧਿਕਾਰ ਖਤਮ ਕਰ ਦਿੱਤਾ ਤੇ ਵਰ ਦੀ ਚੋਣ ਦਾ ਅਧਿਕਾਰ ਮਾਤਾ ਪਿਤਾ ਪਾਸ ਆ ਗਿਆ। ਫਿਰ ਯੁੱਗ ਬਦਲਿਆ, ਪੁਰੋਹਿਤ ਜਾ ਕੇ ਰਿਸ਼ਤੇ ਨਾਤੇ ਪੱਕੇ ਕਰ ਆਉਂਦੇ। ਇਸ ਤਰੀਕੇ ਨਾਲ ਕਈ ਥਾਂ ਧਨ ਦੌਲਤ ਜਾਂ ਬਾਹਰੀ ਚਮਕ ਦਮਕ ਗਲਤ ਫੈਸਲੇ ਕਰਵਾਉਣ ਦਾ ਕਾਰਨ ਬਣ ਜਾਂਦੇ। ਮਗਰ ਪੂਰਬ ਤੋਂ ਨਵੀਂ ਸੱਭਿਅਤਾ ਸਾਡੇ ਦੇਸ਼ ਵਿੱਚ ਆਉਣ ਨਾਲ ਨਾਰੀ ਜਗਤ ਲਈ ਕਈ ਨਵੀਆਂ ਸਮੱਸਿਆਵਾਂ, ਚੁਣੌਤੀਆਂ ਉਤਪੰਨ ਹੋਈਆਂ। ਪਰਦੇ ਦਾ ਰਿਵਾਜ, ਨਾਰੀ ਨੂੰ ਪੈਰ ਦੀ ਜੁੱਤੀ ਸਮਝਣਾ, ਵਿਸ਼ੇ ਵਿਕਾਰ ਫੈਲਾਉਣ ਵਾਲੀ ਕਹਿਣਾ ਆਦਿ ਨੇ ਨਾਰੀ ਦਾ ਮਾਣ ਸਤਿਕਾਰ ਘਟਾਇਆ। ਸਤੀ ਦੀ ਰਸਮ ਵੀ ਇਸੇ ਯੁੱਗ ਦੀ ਉਪਜ ਹੈ। ਸਿੱਖ ਧਰਮ ਨੇ ਇਹਨਾਂ ਸਾਰੀਆਂ ਬੁਰਾਈਆਂ ਵਿਰੁੱਧ ਆਵਾਜ਼ ਹੀ ਨਹੀਂ ਉਠਾਈ, ਸਗੋਂ ਮਾਨਵ ਸਮਾਜ ਵਿੱਚ ਮਰਦ ਦੇ ਬਰਾਬਰ ਨਾਰੀ ਨੂੰ ਥਾਂ ਦਿੱਤੀ। ਸਿੱਖ ਘਰ ਵਿੱਚ ਔਰਤ ਨੂੰ ਅਜਿਹਾ ਉੱਤਮ ਦਰਜਾ ਦਿੱਤਾ ਗਿਆ ਹੈ ਜੋ ਹੋਰ ਕਿਸੇ ਧਰਮ ਜਾਂ ਸਮਾਜ ਵਿੱਚ ਇਸ ਨੂੰ ਪ੍ਰਾਪਤ ਨਹੀਂ। ਗੋਇੰਦਵਾਲ ਵਿੱਚ ਗੁਰੂ ਅਮਰਦਾਸ ਜੀ ਦੇ ਨਿਵਾਸ ਅਸਥਾਨ ਗੁਰਦੁਆਰੇ ਵਿੱਚ ਬਾਬਾ ਮੋਹਨ ਜੀ ਦੇ ਚੁਬਾਰੇ ਦੇ ਬਾਹਰ 22 ਮੰਜੀਆਂ ਦੇ ਨਾਲ ਹੀ ਪਿੱਛੇ ਪੀੜ੍ਹੀਆਂ ਤੇ ਬੀਬੀਆਂ ਵੀ ਬੈਠੀਆਂ ਸਨ। ਸਿੱਖ ਧਰਮ ਵਿੱਚ ਇਸਤਰੀਆਂ ਨੂੰ ਯੋਗ ਥਾਂ ਮਿਲਣ ਅਤੇ ਹੋਣ ਦਾ ਪਤਾ ਇਹਨਾਂ ਚਿੱਤਰਾਂ ਰਾਹੀਂ ਵੀ ਪ੍ਰਤੱਖ ਦਿਸਦਾ ਹੈ ਕਿ ਮਰਦਾਂ ਵਾਂਗ ਹੀ ਨਾਰੀਆਂ ਨੂੰ ਵੀ ਧਰਮ ਪ੍ਰਚਾਰ ਲਈ ਨਿਯੁਕਤ ਕੀਤਾ ਗਿਆ ਸੀ। ਇਤਿਹਾਸਕਾਰਾਂ ਦਾ ਇਹ ਨਤੀਜਾ ਠੀਕ ਜਾਪਦਾ ਹੈ ਕਿ ਨਾਰੀ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਕਰਨ ਦਾ ਸਿੱਟਾ ਬੁੱਧ ਧਰਮ ਦੇ ਪਤਨ ਦੇ ਰੂਪ ਵਿੱਚ ਹੋਇਆ ਅਤੇ ਸਿੱਖ ਧਰਮ ਵਿੱਚ ਉਹੀ ਨਾਰੀ ਚੜ੍ਹਦੀ ਕਲਾ ਲਿਆਉਣ ਦਾ ਕਾਰਨ ਬਣੀ। ਸਿੱਖ ਇਤਿਹਾਸ ਵਿੱਚ ਕਈ ਨਾਰੀਆਂ ਦੀ ਦੇਣ, ਯੋਗਦਾਨ ਤੇ ਸਮਾਜਿਕ ਵਿਕਾਸ ਵਿੱਚ ਬਹੁਤ ਵੱਡੀ ਦੇਣ ਹੈ। ਮਾਤਾ ਸੁਲੱਖਣੀ ਜੀ, ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਜੀਤ ਕੌਰ ਜੀ, ਮਾਤਾ ਸਾਹਿਬ ਕੌਰ ਜੀ ਗੁਰ ਇਤਿਹਾਸ ਵਿੱਚ ਆਈਆਂ ਬਹੁਤ ਪੂਜਣਯੋਗ ਹਸਤੀਆਂ ਹਨ, ਪਰ ਮਾਤਾ ਭਾਨੀ ਜੀ ਦਾ ਅਸਥਾਨ ਸਿੱਖ ਇਤਿਹਾਸ ਵਿੱਚ ਵੱਖਰਾ ਤੇ ਨਿਵੇਕਲਾ ਹੀ ਹੈ।
ਪ੍ਰੋਫੈਸਰ ਸਤਬੀਰ ਸਿੰਘ ਅਨੁਸਾਰ ਉਹ ਬੀਬੀ ਭਾਨੀ ਹੀ ਸੀ ਜਿਸ ਨੇ ਆਪਣੀ ਨਿਰਛਲ ਤੇ ਨਿਰਕਪਟ ਸੇਵਾ ਰਾਹੀਂ ਗੁਰੂ ਅਮਰਦਾਸ ਜੀ ਨੂੰ ਰਿਝਾਇਆ। ਉਹ ਬੀਬੀ ਭਾਨੀ ਹੀ ਸਨ ਜਿਨ੍ਹਾਂ ਨੇ ਇਤਿਹਾਸ ਨੂੰ ਇਤਿਹਾਸ ਬਣਾ ਕੇ ਦੱਸਿਆ ਤੇ ਇਸਤਰੀ ਸਤੀ ਸਵਿਤਰੀ ਨੇ ਆਪਣੇ ਪਤੀ ਨੂੰ ਜਮਾ ਦੀ ਫਾਹੀ ਤੋਂ ਆਪਣੇ ਹੱਥ ਨਾਲ ਬਚਾਇਆ ਸੀ, ਤਾਂ ਇੱਥੇ ਬੀਬੀ ਭਾਨੀ ਨੇ ਭਾਣੇ ਵਿੱਚ ਟਿਕ ਕੇ ਆਪਣੇ ਸਿਰ ਦੇ ਸਾਈਂ ਜਗਤ ਦੇ ਰਾਖੇ ਨੂੰ ਗੁਰੂ ਪਿਤਾ ਕੋਲੋਂ ਵਰ ਲੈ ਕੇ ਨਾ ਸਿਰਫ ਉਮਰ ਦੇ ਸਾਲ ਹੀ ਵਧਵਾਏ ਸਗੋਂ ਨਿਸ਼ਚਲ ਰਾਜ ਜਗਤ ਉੱਤੇ ਲਿਆਉਣ ਦਾ ਕਾਰਨ ਬਣੀ। ਫਿਰ ਬੀਬੀ ਭਾਨੀ ਜੀ ਨੇ ਇੱਕ ਐਸੇ ਸੂਰਮੇ ਨੂੰ ਜਨਮ ਦਿੱਤਾ ਜਿਸ ਨੇ ਮਹਾਭਾਰਤ ਦੇ ਅਰਜਨ ਵਾਂਗ ਕਦੇ ਵੀ ਰਣ ਖੇਤਰ ਵਿੱਚੋਂ ਮੂੰਹ ਨਹੀਂ ਮੋੜਿਆ ਤੇ ਹਰ ਹੱਲੇ ਦਾ ਡਟ ਕੇ ਮੁਕਾਬਲਾ ਕੀਤਾ। ਭਾਨੀ ਦੇ ਜਾਏ ਗੁਰੂ ਅਰਜਨ ਦੇਵ ਜੀ ਨੇ ਭਾਣੇ ਵਿੱਚ ਰਹਿ ਕੇ ਕਸ਼ਟਾਂ ਨੂੰ ਮਿੱਠਾ ਕਰਕੇ ਮੰਨਿਆ। ਉਸ ਦੀ ਦਾਸਤਾਨ ਆਪਣੇ ਆਪ ਵਿੱਚ ਵੱਖ ਸਵਾਦ ਰੱਖਦੀ ਹੈ। ਬੀਬੀ ਭਾਨੀ ਜੀ ਦੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਅਸੀਸ ਦੇ ਸ਼ਬਦ ਹਰ ਘਰ ਵਿੱਚ ਲਟਕੇ ਹੋਣੇ ਚਾਹੀਦੇ ਹਨ। ਤੀਜੀ ਨਾਨਕ ਜੋਤ ਗੁਰੂ ਅਮਰਦਾਸ ਜੀ ਦੀਆਂ ਦੋ ਸਪੁੱਤਰੀਆਂ ਸਨ ਜਿਨ੍ਹਾਂ ਦੇ ਨਾਂ ਬੀਬੀ ਦਾਨੀ ਤੇ ਬੀਬੀ ਭਾਨੀ ਸਨ। ਬੀਬੀ ਭਾਨੀ ਦੇ ਜਨਮ ਬਾਰੇ, ਸਮੇਂ ਤੇ ਸਥਾਨ ਬਾਰੇ ਵੱਖ-ਵੱਖ ਪੁਰਾਤਨ ਲਿਖਤਾਂ ਵਿੱਚੋਂ ਵੱਖ-ਵੱਖ ਜਾਣਕਾਰੀ ਮਿਲਦੀ ਹੈ। ਸਭ ਤੋਂ ਪਹਿਲੀ ਜਾਣਕਾਰੀ ਸਰੂਪਦਾਸ ਭੱਲਾ ਬੀਬੀ ਭਾਨੀ ਦਾ ਜਨਮ ਗੋਇੰਦਵਾਲ ਵਿੱਚ ਹੋਇਆ ਲਿਖਦਾ ਹੈ, ਪਰ ਇਹ ਠੀਕ ਨਹੀਂ ਜਾਪਦਾ ਕਿਉਂਕਿ ਗਿਆਨੀ ਗਿਆਨ ਸਿੰਘ ਅਨੁਸਾਰ ਗੋਇੰਦਵਾਲ ਦਾ ਨਗਰ ਗੁਰੂ ਅਮਰਦਾਸ ਜੀ ਨੇ 1590 ਬਿਕਰਮੀ ਵਿੱਚ ਵਸਾਇਆ। ਸਪਸ਼ਟ ਹੈ ਕਿ ਬੀਬੀ ਭਾਨੀ ਦੇ ਜਨਮ ਸਮੇਂ ਤੱਕ ਤਾਂ ਨਗਰ ਆਬਾਦ ਨਹੀਂ ਸੀ ਹੋਇਆ, ਇਸ ਲਈ ਬੀਬੀ ਭਾਨੀ ਦਾ ਜਨਮ 1590 ਵਿੱਚ ਹੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੀ ਹੋਇਆ ਠੀਕ ਲੱਗਦਾ ਹੈ। ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਬੀਬੀ ਭਾਨੀ ਬਾਰੇ ਜਾਣਕਾਰੀ ਦਿੰਦਿਆਂ ਸਪਸ਼ਟ ਲਿਖਿਆ ਹੈ ਕਿ ਬੀਬੀ ਭਾਨੀ ਦਾ ਜਨਮ ਗੁਰੂ ਅਮਰਦਾਸ ਦੇ ਘਰ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਤੇ ਜਨਮ ਸਾਲ ਸੰਮਤ 1590 ਦੱਸਿਆ ਹੈ। ਡਾਕਟਰ ਮਹਿੰਦਰ ਕੌਰ ਗਿੱਲ ਬੀਬੀ ਭਾਨੀ ਬਾਰੇ ਲਿਖਦਿਆਂ ਕਹਿੰਦੀ ਹੈ, ਗੁਰੂ ਪਰਿਵਾਰ ਵਿੱਚੋਂ ਇਹ ਪਹਿਲੀ ਬੀਬੀ ਹੈ ਜਿਸ ਦੇ ਜਨਮ ਸੰਮਤ ਵੱਲ ਇੱਕ ਦੋ ਇਤਿਹਾਸਕਾਰਾਂ ਦਾ ਧਿਆਨ ਗਿਆ ਹੈ। ਸੰਦੇਹ ਨਹੀਂ, ਇਹ ਦੋਵੇਂ ਜਨਮ ਸਥਾਨ ਤੇ ਜਨਮ ਸੰਮਤ ਬਾਰੇ ਇੱਕ ਮਤ ਨਹੀਂ, ਪਰ ਘੱਟੋ ਘੱਟ ਇਤਨਾ ਤਾਂ ਸਪਸ਼ਟ ਹੀ ਹੈ ਕਿ ਇਹਨਾਂ ਨੇ ਬੀਬੀ ਭਾਨੀ ਦੀ ਜਨਮ ਘਟਨਾ ਨੂੰ ਆਪਣੇ ਲੇਖਣ ਵਿੱਚ ਥਾਂ ਦਿੱਤੀ ਹੈ। ਮਾਤਾ ਸੁੰਦਰੀ ਕਾਲਜ ਦੀ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ ਗਿੱਲ ਅਨੁਸਾਰ ਬੀਬੀ ਭਾਨੀ ਦੇ ਜੀਵਨ ਕਰਮ ਨੂੰ 3 ਹਿੱਸਿਆਂ ਵਿੱਚ ਵੰਡਿਆ ਵਿਚਾਰਿਆ ਜਾ ਸਕਦਾ ਹੈ। ਮੁਟਿਆਰ ਬੀਬੀ ਭਾਨੀ, ਪਤਨੀ ਬੀਬੀ ਭਾਨੀ ਤੇ ਮਾਂ ਬੀਬੀ ਭਾਨੀ। ਇਸੇ ਤਰ੍ਹਾਂ ਬਚਪਨ ਦਾ ਸੰਬੰਧ ਵਧੇਰੇ ਕਰਕੇ ਪਿਤਾ ਗੁਰੂ ਅਮਰਦਾਸ ਨਾਲ, ਜਵਾਨੀ ਦਾ ਪਤੀ ਗੁਰੂ ਰਾਮਦਾਸ ਤੇ ਢਲਦੀ ਵਰੇਸ ਦਾ ਪੁੱਤਰ ਗੁਰੂ ਅਰਜਨ ਦੇਵ ਜੀ ਨਾਲ ਵਿਸ਼ੇਸ਼ ਨਜ਼ਰੀ ਆਉਂਦਾ ਹੈ। ਬੀਬੀ ਭਾਨੀ ਦੇ ਇਹ ਤਿੰਨੇ ਕਿਰਦਾਰ ਉਹਨਾਂ ਦੇ ਜੀਵਨ ਦੇ ਵੱਖੋ-ਵੱਖ ਪੱਖ ਪੇਸ਼ ਕਰਦੇ ਹਨ। ਗੁਰਮਹਿਲ ਗਾਥਾ ਵਿੱਚ ਬੀਬੀ ਭਾਨੀ ਦੀ ਸੇਵਾ, ਬਿਰਤੀ ਤੇ ਸੁਭਾਅ ਦਾ ਜ਼ਿਕਰ ਕਰਦਿਆਂ ਡਾਕਟਰ ਮਹਿੰਦਰ ਕੌਰ ਗਿੱਲ ਲਿਖਦੇ ਹਨ, ਬੀਬੀ ਭਾਨੀ ਬਾਲੜੀ ਅਵਸਥਾ ਵਿੱਚ ਹੀ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੀ ਤਨੋ ਮਨੋ ਸੇਵਾ ਕਰਦੀ ਸੀ। ਗੁਰ ਇਤਿਹਾਸ ਦੀ ਉਦਾਹਰਣ ਖਾਸੀ ਪ੍ਰਸਿੱਧਤਾ ਨੂੰ ਪ੍ਰਾਪਤ ਹੈ। ਬਚਪਨ ਵਿੱਚ ਬੀਬੀ ਭਾਨੀ ਬੜੀ ਹਸਮੁਖ, ਹਸੂ ਕਰਦਾ ਅਭੋਲ ਚਿਹਰਾ, ਅੰਤਾਂ ਦਾ ਠਰਮਾ ਵੇਖਣ ਵਾਲਿਆਂ ਨੂੰ ਸੋਚ ਵਿੱਚ ਪਾ ਦਿੰਦਾ ਸੀ। ਬੀਬੀ ਭਾਨੀ ਬਾਲ ਵਰੇਸ ਉਮਰ ਵਿੱਚ ਹੀ ਪਿਤਾ ਦੀ ਹਰ ਛੋਟੀ ਮੋਟੀ ਲੋੜ ਦਾ ਧਿਆਨ ਰੱਖਦੀ ਕਿ ਕੋਈ ਅਜਿਹੀ ਗੱਲ ਨਾ ਵਾਪਰੇ ਜਿਸ ਨਾਲ ਇਸ਼ਨਾਨ ਕਰਨ ਵੇਲੇ ਜਾਂ ਸਮਾਧੀ ਵਿੱਚ ਲਿਵਲੀਨ ਪਿਤਾ ਜੀ ਦੀ ਸਮਾਧੀ ਵਿੱਚ ਵਿਘਨ ਪਵੇ। ਪਿਤਾ ਗੁਰੂ ਅਮਰਦਾਸ ਜੀ ਬੱਚੀ ਦੀ ਨਿਸ਼ਕਾਮ ਸੇਵਾ ਤੇ ਬਹੁਤ ਹੀ ਪ੍ਰਸੰਨ ਸਨ। ਜਾਣੀ ਜਾਣ ਪਿਤਾ ਬੱਚੀ ਦੇ ਮੋਹ ਦੀ ਗਹਿਰਾਈ ਨੂੰ ਜਾਣਦੇ ਸਨ। ਸ਼ਾਇਦ ਇਸੇ ਕਰਕੇ ਹੀ ਬੱਚੀ ਦਾ ਵਰ ਵੀ ਅਜਿਹਾ ਲੱਭਿਆ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਬੀਬੀ ਨੂੰ ਸ਼ਾਦੀ ਤੋਂ ਬਾਅਦ ਪਿਤਾ ਪਾਸੋਂ ਵਿਛੜਨਾ ਨਹੀਂ ਸੀ ਪੈਣਾ।
ਇਤਿਹਾਸ ਗਵਾਹ ਹੈ ਕਿ ਮਾਤਾ ਮਨਸਾ ਦੇਵੀ ਜੀ ਪਿਆਰੀ ਬੱਚੀ ਬੀਬੀ ਭਾਨੀ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੀ ਸੇਵਾ ਵਿਆਹ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਕਰਦੀ ਰਹੀ ਜਿਵੇਂ ਪਹਿਲੇ ਕਰਦੀ ਸੀ, ਕਿਉਂਕਿ ਪੇਕਾ ਸਹੁਰਾ ਨਗਰ ਇੱਕੋ ਸੀ। ਬੀਬੀ ਭਾਨੀ ਦੇ ਇਸ ਪਹਿਲੇ ਜੀਵਨ ਪੜਾਅ ਬਾਰੇ ਸਾਖੀਕਾਰਾਂ ਨੇ ਕਈ ਘਟਨਾਵਾਂ ਸਾਖੀਆਂ ਦੇ ਰੂਪ ਵਿੱਚ ਲਿਖੀਆਂ ਹਨ, ਜਿਨ੍ਹਾਂ ਤੋਂ ਬੀਬੀ ਭਾਨੀ ਆਪਣੇ ਨਾਨਕ ਜੋਤ ਗੁਰੂ ਪਿਤਾ ਦੀ ਸੇਵਾ ਦ੍ਰਿੜਤਾ ਨਾਲ ਕਰਦਿਆਂ ਦਿਖਾਈ ਗਈ ਹੈ। ਇੱਕ ਸਾਖੀ ਅਨੁਸਾਰ ਇਸ਼ਨਾਨ ਕਰਦੇ ਕਰਦੇ ਗੁਰੂ ਅਮਰਦਾਸ ਜੀ ਅਕਾਲ ਪੁਰਖ ਦਾ ਸਿਮਰਨ ਕਰਦੇ ਹੋਏ ਸਮਾਧੀ ਦੀ ਅਵਸਥਾ ਵਿੱਚ ਲੀਨ ਹੋ ਜਾਂਦੇ ਨੇ। ਇੱਕ ਦਿਨ ਬੀਬੀ ਭਾਨੀ ਨੇ ਇਸ਼ਨਾਨ ਕਰਵਾਉਣ ਦੀ ਤਿਆਰੀ ਕਰਦਿਆਂ ਵੇਖਿਆ ਕਿ ਗੁਰਦੇਵ ਪਿਤਾ ਜਿਸ ਪੀੜੀ ਤੇ ਬੈਠੇ ਹੋਏ ਹਨ ਉਸ ਦਾ ਇੱਕ ਪਾਵਾ ਟੁੱਟ ਜਾਣ ਕਾਰਨ ਖਿਸਕਦਾ ਨਜ਼ਰ ਆਇਆ। ਬੀਬੀ ਭਾਨੀ ਨੇ ਮਹਿਸੂਸ ਕੀਤਾ ਕਿ ਜੇ ਇਹ ਪਾਵਾ ਟੁੱਟ ਗਿਆ ਤਾਂ ਗੁਰਦੇਵ ਪਿਤਾ ਦੀ ਸਮਾਧੀ ਖੁੱਲ ਜਾਵੇਗੀ। ਉਸ ਨੇ ਤੁਰੰਤ ਫੈਸਲਾ ਕੀਤਾ ਤੇ ਉਸ ਪਾਵੇ ਨੂੰ ਟਿਕਾਓ ਵਿੱਚ ਰੱਖਣ ਲਈ ਆਪਣਾ ਹੱਥ ਉਸ ਦੇ ਹੇਠਾਂ ਰੱਖ ਦਿੱਤਾ। ਚੌਂਕੀ ਦਾ ਪਾਵੇ ਦਾ ਟੁੱਟਿਆ ਹਿੱਸਾ ਉਸ ਦੇ ਹੱਥਾਂ ਵਿੱਚ ਧਸ ਗਿਆ। ਲਹੂ ਦੇ ਫੁਹਾਰੇ ਚੱਲਣ ਲੱਗੇ। ਗੁਰਦੇਵ ਪਿਤਾ ਦੀ ਸੇਵਾ ਨੂੰ ਅਰਪਿਤ ਬੀਬੀ ਭਾਨੀ ਨੇ ਇਸ ਪੀੜ ਨੂੰ ਵੀ ਬਰਦਾਸ਼ਤ ਕੀਤਾ, ਪਰ ਜਦੋਂ ਗੁਰਦੇਵ ਪਿਤਾ ਦੀ ਸਮਾਧੀ ਖੁੱਲੀ ਤਾਂ ਉਹਨਾਂ ਪਾਣੀ ਨਾਲ ਖੂਨ ਵਹਿੰਦਾ ਵੇਖ ਕੇ ਪੁੱਛਿਆ, ਤੇ ਜਦ ਧਿਆਨ ਨਾਲ ਵੇਖਿਆ ਤਾਂ ਸਮਝ ਗਏ ਕਿ ਕਿਸ ਕਾਰਨ ਤੇ ਕਿਸ ਜਜ਼ਬੇ ਨਾਲ ਉਹਨਾਂ ਦੀ ਸਪੁੱਤਰੀ ਬੀਬੀ ਭਾਨੀ ਨੇ ਇਹ ਕਰਮ ਕੀਤਾ ਹੈ। ਭਾਵੇਂ ਘਰ ਪਰਿਵਾਰ ਵਿੱਚ ਹੋਰ ਕਈ ਜੀਵ ਸਨ, ਪਰ ਬੀਬੀ ਭਾਨੀ ਨਾਲ ਸੰਬੰਧਿਤ ਕਈ ਹੋਰ ਸਾਖੀਆਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਤੋਂ ਬੀਬੀ ਭਾਨੀ ਦੀ ਨਿਸ਼ਕਾਮ ਸੇਵਾ ਗੁਰਦੇਵ ਪਿਤਾ ਦੀ ਸੇਵਾ ਵਿੱਚ ਸਮਰਪਿਤ ਹੋਣ ਦੇ ਪ੍ਰਮਾਣ ਮਿਲਦੇ ਹਨ। ਕੁਝ ਇਤਿਹਾਸਕਾਰਾਂ ਤੇ ਸਾਖੀ ਲੇਖਕਾਂ ਨੇ ਲਿਖਿਆ ਹੈ ਕਿ ਇਹ ਘਟਨਾ ਬੀਬੀ ਭਾਨੀ ਦੇ ਵਿਆਹ ਪਿੱਛੋਂ ਵਾਪਰੀ, ਜਿਸ ਤੋਂ ਪ੍ਰਸੰਨ ਹੋ ਕੇ ਗੁਰਦੇਵ ਪਿਤਾ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਤੋਂ ਪੁੱਛਿਆ ਕਿ ਉਹ ਕੁਝ ਮੰਗ ਲਵੇ, ਤਾਂ ਬੀਬੀ ਭਾਨੀ ਨੇ ਆਪਣੇ ਦਿਲ ਦੀ ਇੱਛਾ ਪ੍ਰਗਟ ਕੀਤੀ ਕਿ ਗੁਰਿਆਈ ਸੋਢੀ ਪਰਿਵਾਰ ਨੂੰ ਹੀ ਬਖਸ਼ ਦਿੱਤੀ ਜਾਵੇ। ਗੁਰੂ ਅਮਰਦਾਸ ਜੀ ਦੀ ਅਸੀਸ ਦੇ ਫਲਸਰੂਪ ਹੀ ਅਗਲੀਆਂ 7 ਪਾਤਸ਼ਾਹੀਆਂ ਸੋਢੀ ਬੰਸ ਵਿੱਚੋਂ ਹੀ ਹੋਈਆਂ ਹਨ। ਬੀਬੀ ਭਾਨੀ ਜੀ ਦਾ ਭਾਈ ਜੇਠਾ ਜੀ ਨਾਲ ਵਿਆਹ ਕਿਹੜੇ ਸਾਲ ਹੋਇਆ, ਇਸ ਬਾਰੇ ਵੀ ਸਾਡੇ ਇਤਿਹਾਸਕਾਰ ਵੱਖੋ-ਵੱਖ ਸੂਚਨਾ ਦਿੰਦੇ ਹਨ। ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਇਹ ਵਿਆਹ 13 ਵਿਸਾਖ 1612 ਬਿਕਰਮੀ ਨੂੰ ਗੋਇੰਦਵਾਲ ਵਿੱਚ ਹੀ ਹੋਇਆ। ਮਹਾਨ ਕੋਸ਼ ਦੇ ਲੇਖਕ ਭਾਈ ਕਾਨ ਸਿੰਘ ਨਾਭਾ ਇਸ ਸ਼ੁਭ ਵਿਆਹ ਦੀ ਤਾਰੀਖ 22 ਫੱਗਣ 1610 ਬਿਕਰਮੀ ਨੂੰ ਲਿਖਦੇ ਹਨ। ਇਹਨਾਂ ਦੋਹਾਂ ਦੇ ਇਤਿਹਾਸਕ ਤੱਥ ਆਪਸ ਵਿੱਚ ਮੇਲ ਨਹੀਂ ਖਾਂਦੇ। ਡਾਕਟਰ ਮਹਿੰਦਰ ਕੌਰ ਗਿੱਲ ਬੀਬੀ ਭਾਨੀ ਦੇ ਵਿਆਹ ਦਾ ਚਰਚਾ ਕਰਦਿਆਂ ਲਿਖਦੇ ਹਨ ਕਿ ਸ਼ਾਦੀ ਦੇ ਸਮੇਂ ਬੀਬੀ ਭਾਨੀ 20-22 ਵਰ੍ਹਿਆਂ ਦੀ ਸੀ। ਉਦੋਂ ਆਮ ਤੌਰ ਤੇ ਛੋਟੀ ਉਮਰ ਵਿੱਚ ਹੀ ਬੱਚੀਆਂ ਦੀ ਸ਼ਾਦੀ ਕਰ ਦਿੱਤੀ ਜਾਂਦੀ ਸੀ, ਪਰ ਬੀਬੀ ਭਾਨੀ ਦੀ ਸ਼ਾਦੀ ਭਰ ਜਵਾਨੀ ਵਿੱਚ ਹੋਈ। ਇਸ ਦਾ ਇੱਕ ਕਾਰਨ ਬੀਬੀ ਜੀ ਦੇ ਸੁਭਾਅ ਵਿਚਲੀ ਸੁਸ਼ੀਲਤਾ, ਠਰਮਾ ਤੇ ਪਿਤਾ ਲਈ ਸੇਵਾ ਭਾਵ ਹੋ ਸਕਦਾ ਹੈ। ਗੁਰੂ ਅਮਰਦਾਸ ਜੀ ਬਹੁਤ ਵੱਡੇ ਸਮਾਜ ਸੁਧਾਰਕ ਸਨ। ਉਹਨਾਂ ਆਪਣੇ ਜੀਵਨ ਕਾਲ ਵਿੱਚ ਇੱਕ ਤਾਂ ਸਤੀ ਦੀ ਰਸਮ ਬੰਦ ਕਰਵਾਈ ਅਤੇ ਇਸ ਬਾਰੇ ਇੱਕ ਸ਼ਬਦ ਵੀ ਉਚਾਰਿਆ। ਦੂਜਾ, ਉਹਨਾਂ ਵਿਧਵਾ ਵਿਆਹ ਤੇ ਜ਼ੋਰ ਦਿੱਤਾ ਤਾਂ ਕਿ ਭਰ ਜਵਾਨੀ ਵਿੱਚ ਵਿਧਵਾ ਹੋਣ ਵਾਲੀਆਂ ਨਾਰੀਆਂ ਦੇ ਜੀਵਨ ਵਿੱਚ ਮੁੜ ਖੁਸ਼ੀਆਂ ਤੇ ਬਹਾਰ ਲਿਆਂਦੀ ਜਾਵੇ। ਨਾਰੀਆਂ ਨੂੰ ਪਰਦੇ ਵਿੱਚ ਰੱਖਣ ਤੇ ਘੁੰਡ ਕੱਢ ਕੇ ਚੱਲਣ ਦੀ ਵਿਰੋਧਤਾ ਕੀਤੀ। ਆਦੇਸ਼ ਦਿੱਤਾ ਕਿ ਕੋਈ ਵੀ ਨਾਰੀ ਘੁੰਡ ਕੱਢ ਕੇ ਉਹਨਾਂ ਦੇ ਦਰਬਾਰ ਵਿੱਚ ਸੰਗਤ ਵਿੱਚ ਨਾ ਆਵੇ। ਇੱਕ ਉਹਨਾਂ ਨੇ ਸਾਦੇ ਵਿਆਹ ਦੀ ਪ੍ਰਥਾ ਤੇ ਜ਼ੋਰ ਦਿੱਤਾ। ਢੋਲ ਢਮੱਕੇ, ਬਾਹਰੀ ਵਿਖਾਵੇ ਤੇ ਫਜ਼ੂਲ ਖਰਚੀ ਬੰਦ ਕਰਨ ਦਾ ਆਦੇਸ਼ ਦਿੱਤਾ। ਸਾਦੇ ਵਿਆਹ ਦੀ ਪਰੰਪਰਾ ਉਹਨਾਂ ਆਪਣੇ ਘਰ ਪਰਿਵਾਰ ਤੋਂ ਤੋਰੀ। ਬੀਬੀ ਦਾਨੀ ਤੇ ਬੀਬੀ ਭਾਨੀ ਦੋਹਾਂ ਦੇ ਵਿਆਹ ਬੜੇ ਸਾਦੇ ਢੰਗ ਨਾਲ ਕੀਤੇ।
ਆਮ ਸੰਸਾਰੀ ਉੱਚੇ ਘਰਾਣਿਆਂ ਤੇ ਧਨ ਦੌਲਤ ਵਾਲਿਆਂ ਨਾਲ ਰਿਸ਼ਤੇ ਕਰਕੇ ਖੁਸ਼ ਹੁੰਦੇ ਹਨ। ਪਰ ਗੁਰੂ ਅਮਰਦਾਸ ਜੀ ਨੇ ਆਪਣੀ ਬੱਚੀ ਭਾਨੀ ਦਾ ਵਿਆਹ ਘੁੰਗਣੀਆਂ ਵੇਚਣ ਵਾਲੇ ਭਾਈ ਜੇਠਾ ਜੀ ਨਾਲ ਸਾਦੇ ਢੰਗ ਨਾਲ ਕੀਤਾ। ਇਸੇ ਲਈ ਸਾਖੀਕਾਰ ਇਸ ਵਿਆਹ ਦਾ ਵਿਸਥਾਰ ਨਾਲ ਵਰਣਨ ਨਹੀਂ ਕਰਦੇ। ਬੀਬੀ ਭਾਨੀ ਦੇ ਵਿਆਹ ਤੋਂ ਪਹਿਲਾਂ ਦੀ ਘਟਨਾ ਬਾਰੇ ਸਾਖੀਕਾਰਾਂ ਨੇ ਲਿਖਿਆ ਹੈ ਕਿ ਇੱਕ ਦਿਨ ਮਾਤਾ ਮਨਸਾ ਦੇਵੀ ਜੀ ਨੇ ਗੁਰਦੇਵ ਪਤੀ ਗੁਰੂ ਅਮਰਦਾਸ ਜੀ ਨੂੰ ਨਿਮਰਤਾ ਸਹਿਤ ਅਰਜ਼ ਕੀਤੀ ਕਿ ਸਪੁੱਤਰੀ ਭਾਨੀ ਜਵਾਨ ਹੋ ਗਈ ਏ ਤੇ ਇਸ ਲਈ ਵਰ ਘਰ ਦਾ ਪ੍ਰਬੰਧ ਕਰਨਾ ਚਾਹੀਏ। ਲੋਕੀ ਤਾਂ 12-13 ਸਾਲ ਦੀਆਂ ਬੱਚੀਆਂ ਦਾ ਵਿਆਹ ਕਰ ਦਿੰਦੇ ਹਨ, ਸਾਡੀ ਪੁੱਤਰੀ 20 ਸਾਲ ਦੀ ਹੋ ਚੱਲੀ ਏ। ਤਾਂ ਗੁਰਦੇਵ ਪਤੀ ਨੇ ਪੁੱਛਿਆ, ਕਿਹੋ ਜਿਹਾ ਵਰ ਚਾਹੁੰਦੇ ਹੋ? ਤਾਂ ਮਾਤਾ ਮਨਸਾ ਦੇਵੀ ਨੇ ਸਾਹਮਣਿਓਂ ਲੰਘਦੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹਦੇ ਵਰਗਾ ਸਰੀਰ, ਮਨ ਤੇ ਆਤਮਾ ਵਾਲਾ ਜੀਵਨ ਸਾਥੀ ਸਾਡੀ ਪੁੱਤਰੀ ਲਈ ਚੰਗਾ ਰਹੇਗਾ। ਤਾਂ ਗੁਰੂ ਅਮਰਦਾਸ ਜੀ ਮੁਸਕਰਾਏ ਤੇ ਵਚਨ ਕੀਤਾ ਕਿ ਇਹਦੇ ਵਰਗਾ ਤਾਂ ਇਹੀ ਹੈ, ਹੋਰ ਦੂਜਾ ਕੋਈ ਨਹੀਂ। ਗੁਰਦੇਵ ਪਿਤਾ ਜਾਣੀ ਜਾਣ ਸਨ ਕਿ ਬੀਬੀ ਭਾਨੀ ਤੇ ਜੇਠਾ ਜੀ ਦੋਵੇਂ ਗੁਰ ਸੇਵਾ, ਸਬਰ, ਸੰਤੋਖ ਕਰਨ ਵਾਲੀਆਂ ਉੱਚ ਆਤਮਾਵਾਂ ਹਨ। ਉਸੇ ਵੇਲੇ ਭਾਈ ਜੇਠਾ ਜੀ ਨੂੰ ਬੁਲਾ ਕੇ ਤੇ ਉਹਨਾਂ ਦੀ ਨਾਨੀ ਨੂੰ ਸੱਦ ਕੇ ਬੀਬੀ ਭਾਨੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਭਾਈ ਜੇਠਾ ਜੀ ਪਿੱਛੋਂ ਚੌਥੀ ਨਾਨਕ ਜੋਤ ਗੁਰੂ ਰਾਮਦਾਸ ਬਣ ਗਏ। ਸਾਖੀਕਾਰ ਤੇ ਕੁਝ ਇਤਿਹਾਸਕਾਰ ਇਸੇ ਕਰਕੇ ਲਿਖਦੇ ਹਨ ਕਿ ਬੀਬੀ ਭਾਨੀ ਦਾ ਪੇਕਾ ਤੇ ਸਹੁਰਾ ਨਗਰ ਗੋਇੰਦਵਾਲ ਹੀ ਹੈ। ਭਾਈ ਜੇਠਾ ਜੀ ਦਾ ਜਨਮ ਭਾਵੇਂ ਲਾਹੌਰ ਵਿੱਚ ਹੋਇਆ, ਪਰ ਬਚਪਨ ਵਿੱਚ ਹੀ ਮਾਤਾ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਬਜ਼ੁਰਗ ਨਾਨੀ ਜੇਠਾ ਜੀ ਨੂੰ ਆਪਣੇ ਪਾਸ ਬਾਸਰ ਕੇ ਲੈ ਆਈ, ਜਿੱਥੇ ਉਹ ਘੁੰਗਣੀਆਂ ਵੇਚ ਕੇ ਰੋਜ਼ੀ ਰੋਟੀ ਕਮਾਉਂਦੇ। ਜਦ ਗੋਇੰਦਵਾਲ ਦੀ ਉਸਾਰੀ ਦੀ ਸੇਵਾ ਗੁਰੂ ਅਮਰਦਾਸ ਜੀ ਕਰਵਾ ਰਹੇ ਸਨ ਤਾਂ ਨਾਨੀ ਦੋਤਰਾ ਗੁਰੂ ਘਰ ਦੀ ਕਾਰ ਸੇਵਾ ਵਿੱਚ ਗੋਇੰਦਵਾਲ ਆ ਕੇ ਜੁਟ ਗਏ। ਇੱਥੇ ਸਾਰਾ ਦਿਨ ਗੁਰੂ ਘਰ ਦੀ ਸੇਵਾ, ਲੰਗਰ ਵਿੱਚ ਹੱਥ ਵਟਾਉਣ ਵਿੱਚ ਮਗਨ ਹੁੰਦੇ। ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦਾ ਸਿਮਰਨ ਕਰਦੇ ਤੇ ਸੰਗਤ ਵਿੱਚ ਸ਼ਾਮਲ ਹੋ ਕੇ ਕਥਾ ਕੀਰਤਨ ਦੇ ਪ੍ਰਵਾਹ ਤੋਂ ਲਾਭ ਉਠਾਉਂਦੇ। ਸ਼ਾਮ ਨੂੰ ਉਹ ਘੁੰਗਣੀਆਂ ਦਾ ਛਾਬਾ ਲਾਉਂਦੇ ਤੇ ਇਉਂ ਕਿਰਤ ਕਮਾਈ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ। ਵਿਆਹ ਪਿੱਛੋਂ ਬੀਬੀ ਭਾਨੀ ਗੋਇੰਦਵਾਲ ਵਿੱਚ ਆਪਣੇ ਸਹੁਰੇ ਘਰ ਰਹਿਣ ਲੱਗ ਪਈ, ਜਿੱਥੇ ਗਰੀਬੀ ਦੀ ਹਾਲਤ ਵਿੱਚ ਨਾਨੀ ਦੋਤਰਾ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿੰਦੇ ਸਨ। ਬੀਬੀ ਭਾਨੀ ਦੇ ਸਹੁਰੇ ਘਰ ਵਿੱਚ ਗਰੀਬੀ ਜ਼ਰੂਰ ਸੀ, ਪਰ ਸਬਰ, ਸੰਤੋਖ ਤੇ ਸ਼ਾਂਤੀ ਸੀ। ਉਹ ਆਪਣੇ ਘਰ-ਬਾਰ ਵਾਲੀ ਸੀ, ਪਰ ਗੁਰੂ ਘਰ ਦੀ ਸੇਵਾ ਵਿੱਚ ਉਸਨੇ ਕੋਈ ਫਰਕ ਨਾ ਪੈਣ ਦਿੱਤਾ। ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪਿੱਛੋਂ ਨਾਮ ਸਿਮਰਨ ਕਰਦੀ, ਘਰ ਦਾ ਕੰਮਕਾਜ ਕਰਕੇ ਗੁਰੂ ਪਿਤਾ ਦੀ ਸੇਵਾ ਤੇ ਨਾਮ ਬਾਣੀ ਤੇ ਕੀਰਤਨ ਦੇ ਪ੍ਰਵਾਹ ਵਿੱਚ ਆਪਣੇ ਪਤੀ ਭਾਈ ਜੇਠਾ ਜੀ ਨਾਲ ਮਿਲ ਕੇ ਆਤਮਿਕ ਆਨੰਦ ਤੇ ਖੁਸ਼ੀਆਂ ਮਾਣਦੀ, ਲੰਗਰ ਦੀ ਤਿਆਰੀ ਵਿੱਚ ਸਮਾਂ ਗੁਜ਼ਾਰਦੀ ਅਤੇ ਪਤੀ ਭਾਈ ਜੇਠਾ ਜੀ ਬੌਲੀ ਦੀ ਉਸਾਰੀ ਵਿੱਚ। ਕੁਝ ਸਾਖੀਕਾਰ ਲਿਖਦੇ ਹਨ ਕਿ ਬੀਬੀ ਭਾਨੀ ਦੇ ਵਿਆਹ ਪਿੱਛੋਂ ਆਪਣੇ ਪਤੀ ਸਮੇਤ ਗੁਰੂ ਅਮਰਦਾਸ ਦੇ ਨਿਵਾਸ ਅਸਥਾਨ ਤੇ ਰਹਿੰਦੀ ਰਹੀ। ਇਹਨਾਂ ਦੋਹਾਂ ਰਾਵਾਂ ਤੇ ਵਿਚਾਰ ਕਰਨ ਪਿੱਛੋਂ ਸਾਡਾ ਅਨੁਮਾਨ ਹੈ ਕਿ ਪਹਿਲਾਂ ਤਾਂ ਬੀਬੀ ਭਾਨੀ ਸਹੁਰੇ ਘਰ ਰਹੀ। ਜਦੋਂ ਭਾਈ ਜੇਠਾ ਜੀ ਦੀ ਨਾਨੀ ਅਕਾਲ ਚਲਾਣਾ ਕਰ ਗਈ ਤਾਂ ਇਹ ਜੋੜਾ ਗੁਰੂ ਅਮਰਦਾਸ ਜੀ ਦੇ ਨਿਵਾਸ ਅਸਥਾਨ ਤੇ ਆ ਕੇ ਰਹਿਣ ਲੱਗ ਪਏ। ਸੰਤੁਸ਼ਟਤਾ ਤੇ ਸਬਰ ਸੰਤੋਖ ਨਾਲ ਗੁਰੂ ਘਰ ਦੀ ਸੇਵਾ, ਸਾਧ ਸੰਗਤ ਨਾਲ ਆਤਮਿਕ ਆਨੰਦ ਮਾਣਦੇ ਰਹੇ। ਬੀਬੀ ਭਾਨੀ ਗ੍ਰਸਥੀ ਜੀਵਨ ਤੇ ਆਤਮਿਕ ਜੀਵਨ ਵਿੱਚ ਨਾਲੋਂ ਨਾਲ ਪਰਪੱਕ ਹੁੰਦੀ ਗਈ। ਉਹਨਾਂ ਦੇ ਘਰ 3 ਸਪੁੱਤਰਾਂ ਦਾ ਜਨਮ ਹੋਇਆ। ਸਭ ਤੋਂ ਵੱਡੇ ਪ੍ਰਿਥੀ ਚੰਦ ਸਨ, ਦੂਜੇ ਦਾ ਨਾਂ ਸ੍ਰੀ ਮਹਾਦੇਵ ਸੀ ਤੇ ਸਭ ਤੋਂ ਛੋਟੇ ਦਾ ਨਾਂ ਅਰਜਨ ਦੇਵ ਜੀ ਸੀ। ਇਹਨਾਂ 2 ਵੱਡਿਆਂ ਸਪੁੱਤਰਾਂ ਦਾ ਜਨਮ ਕਿੱਥੇ ਹੋਇਆ, ਇਹ ਕਿਧਰੇ ਸਪਸ਼ਟ ਨਹੀਂ। ਸਭ ਤੋਂ ਛੋਟੇ ਸਪੁੱਤਰ ਦਾ ਜਨਮ ਗੁਰੂ ਅਮਰਦਾਸ ਦੇ ਨਿਵਾਸ ਅਸਥਾਨ ਤੇ ਹੀ ਹੋਇਆ ਸੀ।
ਗੁਰੂ ਅਮਰਦਾਸ ਦੇ ਨਿਵਾਸ ਸਥਾਨ ਤੇ ਅੱਜ ਵੀ ਉਹ ਕਮਰਾ ਇਤਿਹਾਸਕ ਯਾਦਗਾਰ ਵਜੋਂ ਸੰਭਾਲਿਆ ਹੋਇਆ ਹੈ, ਜਿੱਥੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ। ਇਤਿਹਾਸਕਾਰ ਲਿਖਦੇ ਹਨ ਕਿ ਇੱਕ ਦਿਨ ਗੁਰੂ ਅਮਰਦਾਸ ਜੀ ਮੰਜੇ ਤੇ ਬੈਠੇ ਪ੍ਰਭੂ ਨਾਲ ਲੀਨ ਸਨ ਕਿ ਸਾਲ ਕੁ ਦੇ ਬਾਲਕ ਅਰਜਨ ਦੇਵ ਜੀ ਰਿੜਦੇ ਆਏ ਤੇ ਨਾਨੇ ਦੀ ਪਲੰਗ ਨੂੰ ਫੜ ਕੇ ਖੜੇ ਹੋ ਗਏ ਤਾਂ ਪਲੰਗ ਦੇ ਹਿੱਲਣ ਨਾਲ ਗੁਰੂ ਜੀ ਦੀ ਸਮਾਧੀ ਖੁੱਲ ਗਈ। ਇੰਨੇ ਵਿੱਚ ਬੀਬੀ ਭਾਨੀ ਬੱਚੇ ਨੂੰ ਚੁੱਕਣ ਲਈ ਆ ਗਈ। ਗੁਰੂ ਜੀ ਕਹਿਣ ਲੱਗੇ, ਤੇਰਾ ਪੁੱਤਰ ਬੜਾ ਭਾਰੀ ਹੈ। ਤੇ ਸਹਿਜ ਸੁਭਾਏ ਗੁਰੂ ਜੀ ਦੇ ਮੁਖ ਤੋਂ ਨਿਕਲਿਆ, ਦੋਹਤਾ ਬਾਣੀ ਕਾ ਬੋਝ ਥਾ। ਬੀਬੀ ਭਾਨੀ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਗੁਰੂ ਜੀ ਨੇ ਖੋਲ ਕੇ ਦੱਸਿਆ। ਇਹ ਸਿੱਖ ਇਤਿਹਾਸਕਾਰਾਂ ਤੇ ਕਵੀਆਂ ਨੇ ਇਉਂ ਬਿਆਨ ਕੀਤਾ ਹੈ, ਭਾਰੀ ਗੁਰ ਜਗ ਮੈਂ ਹੈ, ਬਾਣੀ ਕਾ ਬੋਹਿਥ ਬੱਡ ਹਵੈ ਹੈ। ਇੱਥੇ ਬੀਬੀ ਭਾਨੀ ਦੇ ਜੀਵਨ ਦੀਆਂ 2-3 ਘਟਨਾਵਾਂ ਦਾ ਸਾਖੀਕਾਰਾਂ ਤੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ। ਪਹਿਲੀ ਘਟਨਾ ਤਾਂ ਬੀਬੀ ਭਾਨੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰਗੱਦੀ ਭਾਨੀ ਦੇ ਪਤੀ ਗੁਰੂ ਰਾਮਦਾਸ ਜੀ ਨੂੰ ਦੇਣ ਦਾ ਸੰਕੇਤ ਤੇ ਵਚਨ ਕਰਨਾ ਹੈ। ਇਹ ਗੱਲ ਕਈਆਂ ਨੂੰ ਖਟਕਦੀ ਹੈ ਕਿ ਗੁਰਗੱਦੀ ਕੋਈ ਖਾਨਦਾਨੀ ਵਿਰਾਸਤ ਨਹੀਂ। ਗੁਰਮੁਖ ਅਨੁਸਾਰ ਧੁਰੋਂ ਵਰੋਸਾਏ ਤੇ ਯੋਗ ਵਿਅਕਤੀ ਨੂੰ ਹੀ ਇਸ ਦੀ ਪ੍ਰਾਪਤੀ ਹੁੰਦੀ ਹੈ। ਕਈਆਂ ਨੇ ਸੰਕੇਤ ਕੀਤਾ ਹੈ ਕਿ ਇਹ ਚਰਚਾ ਪ੍ਰਿਥੀ ਚੰਦ ਦੀ ਸੰਤਾਨ ਨੇ ਹੀ ਸ਼ੁਰੂ ਕੀਤਾ ਸੀ। ਬੀਬੀ ਭਾਨੀ ਦੇ ਸਮਕਾਲੀ ਭਾਈ ਗੁਰਦਾਸ, ਗਿਆਨੀ ਗਿਆਨ ਸਿੰਘ ਤੇ ਭਾਈ ਸੰਤੋਖ ਸਿੰਘ ਗੁਰੂ ਅਮਰਦਾਸ ਜੀ ਦੇ ਵਚਨ ਨੂੰ ਬਿਆਨ ਕਰਦਿਆਂ ਜਿਸ ਸਾਖੀ ਦਾ ਵਰਣਨ ਕਰਦੇ ਹਨ, ਉਸ ਅਨੁਸਾਰ ਇੱਕ ਦਿਨ ਬੀਬੀ ਭਾਨੀ ਦਾ ਪਰਤਾਵਾ ਲੈਣ ਲਈ ਗੁਰਦੇਵ ਪਿਤਾ ਕਹਿਣ ਲੱਗੇ, ਬੀਬੀ ਤੂੰ ਸਾਡੀ ਬਹੁਤ ਸੇਵਾ ਕੀਤੀ ਏ, ਦੱਸ ਇਸ ਦੇ ਬਦਲੇ ਤੈਨੂੰ ਕੀ ਦਈਏ। ਜੇ ਤੁੱਠੇ ਹੋ ਤਾਂ ਗੁਰਿਆਈ ਗੱਦੀ ਮੇਰੇ ਹੀ ਖਾਨਦਾਨ ਵਿੱਚ ਰਹੇ। ਬੀਬੀ ਭਾਨੀ ਨੇ ਕਿਹਾ। ਸੁਣ ਕੇ ਥੋੜੀ ਦੇਰ ਚੁੱਪ ਰਹੇ, ਫਿਰ ਕਹਿਣ ਲੱਗੇ, ਆਉਣ ਵਾਲੇ ਸਮੇਂ ਵਿੱਚ ਗੱਦੀ ਸੇਵਾ ਕਰਨ ਵਾਲੇ ਦੀ ਹੀ ਹੈ, ਸੇਵਾ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਥੋੜੀ ਦੇਰ ਫਿਰ ਚੁੱਪ ਰਹਿਣ ਮਗਰੋਂ ਗੁਰੂ ਜੀ ਕਹਿਣ ਲੱਗੇ, ਆਉਣ ਵਾਲੇ ਸਮੇਂ ਗੁਰੂ ਘਰ ਬਹੁਤ ਭਿਆਨਕ ਮੁਸੀਬਤਾਂ ਅਤੇ ਸੰਕਟਾਂ ਵਿੱਚੋਂ ਗੁਜ਼ਰੇਗਾ। ਉਦੋਂ ਤੈਨੂੰ ਬਹੁਤ ਕਸ਼ਟ ਹੋਵੇਗਾ। ਜੇ ਤੂੰ ਕਹੇ ਤਾਂ ਤੈਨੂੰ ਉਹਨਾਂ ਦੀ ਇੱਕ ਝਲਕ ਦਿਖਾ ਦਿੰਦੇ ਹਾਂ। ਇੱਥੇ ਇਸ ਇਤਿਹਾਸਕ ਘਟਨਾ ਨੂੰ ਮਿਥਿਹਾਸਕ ਰੂਪ ਦਿੰਦਿਆਂ ਲਿਖਾਰੀ ਲਿਖਦੇ ਹਨ ਕਿ ਜਿਵੇਂ ਕ੍ਰਿਸ਼ਨ ਜੀ ਨੇ ਮਾਤਾ ਯਸ਼ੋਦਾ ਨੂੰ ਭਗਵਾਨ ਦਾ ਵਿਰਾਟ ਰੂਪ ਆਪਣੇ ਮੁਖ ਵਿੱਚੋਂ ਵਿਖਾ ਦਿੱਤਾ ਸੀ, ਠੀਕ ਉਸੇ ਤਰ੍ਹਾਂ ਗੁਰਦੇਵ ਪਿਤਾ ਨੇ ਬੀਬੀ ਭਾਨੀ ਨੂੰ ਆਉਣ ਵਾਲਾ ਸਮਾਂ ਪ੍ਰਤੱਖ ਦਿਖਾਇਆ। ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਨਾਲ ਬੀਬੀ ਭਾਨੀ ਨੇ ਪੰਚਮ ਗੁਰੂ ਨੂੰ ਤੱਤੀ ਲੋਹ ਉੱਪਰ ਬੈਠਿਆਂ ਵੇਖਿਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣੇ ਵੇਖਿਆ। ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਤਿੱਖੀਆਂ ਸੂਲਾਂ ਵਾਲੇ ਲੋਹੇ ਦੇ ਪਿੰਜਰੇ ਵਿੱਚ ਬੰਦ ਵੇਖਿਆ। 10ਵੇਂ ਗੁਰੂ ਜੀ ਨੂੰ ਸਰਬੰਸ ਲੁਟਾ ਕੇ ਪਾਟੇ ਜਾਮੇ ਨੰਗੇ ਪੈਰੀ ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤੇ ਵੇਖਿਆ। ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣੀਂਦੇ ਵੇਖਿਆ। ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਤੋਂ ਢਹਿੰਦਿਆਂ ਵੇਖਿਆ। ਜਦੋਂ ਇਹ ਸਭ ਕੁਝ ਫਿਲਮ ਵਾਂਗ ਵੇਖਿਆ ਤਾਂ ਬੀਬੀ ਭਾਨੀ ਡੋਲੀ ਨਹੀਂ, ਘਬਰਾਈ ਜਾਂ ਡਰੀ ਨਹੀਂ, ਸਗੋਂ ਇੱਕ ਅਥਾਹ ਆਤਮ ਵਿਸ਼ਵਾਸ ਵਿੱਚ ਬੋਲੀ ਕਿ ਇਹ ਨਾ ਜਰੇ ਜਾਣ ਵਾਲੇ ਜ਼ੁਲਮ ਮੇਰਾ ਇਹ ਖਾਨਦਾਨ ਹੀ ਜਰ ਸਕੇਗਾ। ਸਾਡੇ ਕਵੀ ਇਤਿਹਾਸਕਾਰ ਬੀਬੀ ਭਾਨੀ ਦੇ ਇਸ ਉੱਤਰ ਨੂੰ ਇਉਂ ਬਿਆਨ ਕਰਦੇ ਹਨ, ਜਾਣ ਨਾ ਦੇਸਾਂ ਸੋਢੀਓ ਹੋਰਸ ਅਜਰ ਨਾ ਜਰਿਆ ਜਾਈ। ਸਾਖੀਕਾਰ ਬੀਬੀ ਭਾਨੀ ਦੇ ਸਿੱਖੀ ਸਿਦਕ, ਸਬਰ, ਸੰਤੋਖ ਤੇ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਸ਼ਕਤੀ ਨੂੰ ਬਿਆਨ ਕਰਦਿਆਂ ਇੱਕ ਹੋਰ ਸਾਖੀ ਦਾ ਵਰਣਨ ਕਰਦੇ ਹਨ ਕਿ ਇੱਕ ਦਿਨ ਗੁਰੂ ਜੀ ਸਨੇਹ ਭਰੇ ਹੱਥ ਪੁੱਤਰੀ ਦੀ ਪਿੱਠ ਤੇ ਰੱਖ ਕੇ ਪੁੱਛਣ ਲੱਗੇ ਕਿ ਜੇ ਤੂੰ ਵਿਧਵਾ ਹੋ ਜਾਏ ਤਾਂ ਕੀ ਕਰੇ। ਬੀਬੀ ਭਾਨੀ ਬਿਨਾਂ ਕੁਝ ਕਹੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਝੱਟ ਪਿੱਛੋਂ ਸਾਦੇ ਮੈਲੇ ਕੱਪੜੇ ਪਾ ਕੇ ਸੁਹਾਗ ਦੀ ਨਿਸ਼ਾਨੀ ਨੱਥ ਲਾ ਕੇ ਬਾਹਰ ਆਈ ਤੇ ਨੱਥ
ਗੁਰਦੇਵ ਪਿਤਾ ਦੇ ਚਰਨਾਂ ਕੋਲ ਰੱਖ ਦਿੱਤੀ। ਗੁਰਦੇਵ ਪਿਤਾ ਬੀਬੀ ਭਾਨੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਤੇਰੇ ਪਤੀ ਦੀ ਆਯੂ ਅੱਜ ਪੂਰੀ ਹੋਣ ਵਾਲੀ ਏ। ਮੇਰੇ ਕੋਲੋਂ ਇਹ ਦਸ਼ਾ ਸਹਿਣ ਨਹੀਂ ਸੀ ਹੋ ਰਹੀ, ਕਿਉਂਕਿ ਤੇਰੇ ਪਤੀ ਨੇ ਅਜੇ ਕਈ ਮਹੱਤਵਪੂਰਨ ਕਾਰਜ ਕਰਨੇ ਹਨ। ਇਸ ਲਈ ਮੈਂ ਆਪਣੀ ਉਮਰ ਦਾ ਬਾਕੀ ਸਮਾਂ ਉਸ ਨੂੰ ਦੇਣ ਦਾ ਐਲਾਨ ਕਰਦਾ ਹਾਂ। ਅਕਾਲ ਪੁਰਖ ਪਾਸ ਮੇਰੀ ਅਰਦਾਸ ਹੈ ਕਿ ਉਹ ਮੇਰੀ ਉਮਰ ਦਾ ਬਾਕੀ ਹਿੱਸਾ ਰਾਮਦਾਸ ਜੀ ਨੂੰ ਦੇਣ ਦੀ ਆਗਿਆ ਬਖਸ਼ੇ। ਸਾਖੀਕਾਰਾਂ ਅਨੁਸਾਰ ਗੁਰੂ ਰਾਮਦਾਸ ਜੀ ਨੂੰ 6 ਸਾਲ 11 ਮਹੀਨੇ 13 ਦਿਨ ਦੀ ਹੋਰ ਆਯੂ ਪਰਮਾਤਮਾ ਨੇ ਦੇ ਦਿੱਤੀ। ਇਤਿਹਾਸਕਾਰਾਂ, ਪੁਰਾਤਨ ਕਵੀਆਂ ਤੇ ਸਾਖੀਕਾਰਾਂ ਨੇ ਇੱਕ ਪਾਸੇ ਤਾਂ ਗੁਰਗੱਦੀ ਸੋਢੀ ਖਾਨਦਾਨ ਨੂੰ ਪਹਿਲਾਂ ਹੀ ਦੇਣ ਦਾ ਵਚਨ ਬਿਆਨ ਕੀਤਾ ਹੈ, ਦੂਜੇ ਪਾਸੇ ਗੁਰਗੱਦੀ ਦੇਣ ਦੀ ਪ੍ਰੀਖਿਆ ਦਾ ਵੇਰਵੇ ਨਾਲ ਜ਼ਿਕਰ ਕੀਤਾ ਹੈ। ਜੇ ਗੁਰਗੱਦੀ ਦੇਣ ਦਾ ਪਹਿਲਾਂ ਹੀ ਨਿਰਣਾ ਹੋ ਚੁੱਕਿਆ ਸੀ ਤਾਂ ਫਿਰ ਗੁਰਗੱਦੀ ਦੇ ਹੱਕਦਾਰ ਦੀ ਪਰਖ ਪ੍ਰੀਖਿਆ ਦੀ ਲੋੜ ਨਹੀਂ ਸੀ। ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇਣ ਦਾ ਫੈਸਲਾ ਉਹਨਾਂ ਦੀ ਯੋਗਤਾ, ਗੁਰਮਤ ਗਿਆਨ ਤੇ ਆਦਰਸ਼ਕ ਮਾਨਵੀ ਗੁਣਾ ਕਰਕੇ ਦਿੱਤੀ ਗਈ। ਸਾਖੀਕਾਰ ਲਿਖਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਦੋਹਾਂ ਜਵਾਈਆਂ ਰਾਮਾ ਜੀ ਤੇ ਰਾਮਦਾਸ ਜੀ ਸਾਹਮਣੇ ਪਰਚਾ ਪਾਇਆ। ਦੋਹਾਂ ਨੂੰ ਆਪਣੇ ਬੈਠਣ ਲਈ ਵੱਖੋ ਵੱਖਰੇ 2 ਥੜੇ ਬਣਾਉਣ ਦਾ ਆਦੇਸ਼ ਦਿੱਤਾ। ਸਾਰਾ ਦਿਨ ਲਾ ਕੇ ਦੋਹਾਂ ਨੇ ਥੜੇ ਬਣਾਏ, ਪਰ ਸ਼ਾਮ ਨੂੰ ਗੁਰੂ ਜੀ ਨੇ ਦੋਹਾਂ ਦੇ ਥੜੇ ਰੱਦ ਕਰ ਦਿੱਤੇ। ਰਾਮਾ ਜੀ ਕਹਿਣ ਲੱਗੇ ਕਿ ਜਿਵੇਂ ਤੁਸੀਂ ਕਹੇ ਸਨ ਉਸੇ ਅਨੁਸਾਰ ਤਾਂ ਬਣਾਇਆ ਹੈ, ਪਰ ਜਦ ਭਾਈ ਜੇਠਾ ਜੀ ਨੂੰ ਥੜੇ ਬਾਰੇ ਫਰਮਾਇਆ ਤਾਂ ਉਹ ਹੱਥ ਜੋੜ ਕੇ ਨਿਮਰਤਾ ਸਹਿਤ ਕਹਿਣ ਲੱਗੇ ਕਿ ਮੇਰੀ ਤੁੱਛ ਬੁੱਧੀ ਹੈ, ਮੈਨੂੰ ਫਿਰ ਸਮਝਾ ਦਿਓ, ਉਸ ਅਨੁਸਾਰ ਬਣਾ ਦਿਆਂਗਾ। ਦੂਜੇ ਦਿਨ ਫਿਰ ਦੋਹਾਂ ਨੇ ਸਾਰਾ ਦਿਨ ਲਾ ਕੇ ਥੜੇ ਤਿਆਰ ਕੀਤੇ। ਜਦ ਗੁਰੂ ਜੀ ਨੇ ਉਹ ਵੀ ਰੱਦ ਕਰ ਦਿੱਤੇ ਤਾਂ ਰਾਮਾ ਜੀ ਦਾ ਸਬਰ ਸੰਤੋਖ ਉਛਲ ਪਿਆ, ਪਰ ਜੇਠਾ ਜੀ ਫਿਰ ਨਿਮਰਤਾ ਤੇ ਸ਼ਰਧਾ ਨਾਲ ਉਸੇ ਤਰ੍ਹਾਂ ਗੁਰੂ ਜੀ ਦੀ ਆਗਿਆ ਦਾ ਫਿਰ ਪਾਲਣ ਕਰਨ ਲਈ ਤਿਆਰ ਹੋ ਗਏ। ਪ੍ਰਭੂ ਨੇ ਉਹਨਾਂ ਨੂੰ ਇਸ ਪਰਖ ਪ੍ਰੀਖਿਆ ਵਿੱਚੋਂ ਪੂਰਾ ਉਤਾਰਿਆ। ਗੁਰਦੇਵ ਪਿਤਾ ਨੇ ਇਸ ਪ੍ਰੀਖਿਆ ਦੇ ਨਤੀਜੇ ਵਜੋਂ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਦੇਣ ਦਾ ਐਲਾਨ ਕਰ ਦਿੱਤਾ। ਇਤਿਹਾਸਕ ਹਵਾਲਿਆਂ ਅਨੁਸਾਰ ਗੁਰੂ ਅਮਰਦਾਸ ਜੀ ਨੇ ਵਿਸ਼ੇਸ਼ ਦੀਵਾਨ ਸਜਾਇਆ ਤੇ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਦੇ ਕੇ ਚੌਥੀ ਨਾਨਕ ਜੋਤ ਬਣਾ ਦਿੱਤਾ। ਸਾਰੀ ਸੰਗਤ ਸਾਹਮਣੇ ਗੁਰਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਨੂੰ ਲਾਉਣ ਦਾ ਬਾਬਾ ਬੁੱਢਾ ਜੀ ਨੂੰ ਆਦੇਸ਼ ਦਿੱਤਾ। ਆਪਣੇ ਸਿੰਘਾਸਨ ਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਉਹਨਾਂ ਦੀ ਝੋਲੀ ਪਾਏ। ਇਹ ਆਪਣੇ ਪਰਿਵਾਰ ਦੇ ਜੀਆਂ ਨੂੰ ਚੌਥੀ ਨਾਨਕ ਜੋਤ ਬਣਨ ਤੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਨ ਲਈ ਕਿਹਾ। ਇਉਂ ਬੀਬੀ ਭਾਨੀ ਗੁਰਦੇਵ ਪਤੀ ਵਾਲੀ ਖੁਸ਼ਕਿਸਮਤ ਨਾਰੀ ਬਣੀ। ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲਣ ਦੀ ਸਾਰੀ ਇਤਿਹਾਸਕ ਵਾਰਤਾ ਦਾ ਗੁਰੂ ਅਮਰਦਾਸ ਜੀ ਦੇ ਪੜਪੁੱਤਰੇ ਬਾਬਾ ਸੁੰਦਰ ਜੀ ਦੀ ਰਚਨਾ ਸੱਦ ਵਿੱਚ ਵਰਣਨ ਹੈ। ਇਹ ਬਾਬਾ ਸੁੰਦਰ ਜੀ ਦੀ ਸੱਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ, ਜਿਸ ਤੋਂ ਸੰਕੇਤ ਲੈ ਕੇ ਸਾਖੀਕਾਰ ਲਿਖਦੇ ਹਨ ਕਿ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਨੇ ਇਹ ਕਹਿ ਕੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਪਰਿਵਾਰ ਵਿੱਚ ਵੱਡਾ ਮੈਂ ਸਾਂ ਤੇ ਗੁਰਗੱਦੀ ਦਾ ਹੱਕ ਮੇਰਾ ਸੀ। ਗੁਰੂ ਅਮਰਦਾਸ ਜੀ ਨੇ ਝੱਟ ਉੱਠ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ। ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਮਹਿਸੂਸ ਕੀਤਾ ਤੇ ਫਰਮਾਇਆ ਕਿ ਈਰਖਾਵਸ ਹੋ ਕੇ ਮੱਥਾ ਨਹੀਂ ਟੇਕਿਆ, ਤੇਰੀ ਛਾਤੀ ਜਲਦੀ ਰਹੇਗੀ। ਸਮਾਂ ਆਏਗਾ ਤੇ ਤੂੰ ਮੱਥਾ ਟੇਕ ਕੇ ਮਨ ਨੂੰ ਠੰਡਾ ਕਰ ਸਕੇਗਾ। ਇਤਿਹਾਸ ਵਿੱਚੋਂ ਸਾਫ਼ ਪਤਾ ਲੱਗਦਾ ਹੈ ਕਿ ਸਮਾਂ ਆਉਣ ਤੇ ਇਸੇ ਤਰ੍ਹਾਂ ਹੋਇਆ। ਮਾਤਾ ਭਾਨੀ ਗੁਰਦੇਵ ਪਤੀ ਦੇ ਆਰੰਭੇ ਕੰਮਾਂ ਵਿੱਚ ਪੂਰੀ ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਲਈ ਗੋਇੰਦਵਾਲ ਤੋਂ ਪਰਿਵਾਰ ਸਮੇਤ ਅੰਮ੍ਰਿਤਸਰ ਆ ਗਈ। ਇੱਕ ਤਾਂ ਅੰਮ੍ਰਿਤ ਸਰੋਵਰ ਦੀ ਉਸਾਰੀ ਦਾ ਕਾਰਜ ਚੱਲ ਰਿਹਾ ਸੀ ਤੇ ਦੂਜਾ ਅੰਮ੍ਰਿਤਸਰ ਸ਼ਹਿਰ ਦੀ ਆਬਾਦੀ ਦੀ ਵਿਉਂਤਬੰਦੀ ਅਨੁਸਾਰ ਉਸਾਰੀ ਸ਼ੁਰੂ ਸੀ।
ਇਸ ਕਾਰਜ ਲਈ ਜਿੱਥੇ ਬੇਅੰਤ ਸਿੱਖ ਸੰਗਤਾਂ ਗੁਰੂ ਦੀ ਨਗਰੀ ਵਿੱਚ ਦਰਸ਼ਨ ਤੇ ਸੇਵਾ ਲਈ ਆ ਰਹੀਆਂ ਸਨ, ਉੱਥੇ ਨਿਰੰਤਰ ਗੁਰੂ ਕਾ ਲੰਗਰ ਚੱਲ ਰਿਹਾ ਸੀ। ਬੀਬੀ ਭਾਨੀ ਨੇ ਗੁਰੂ ਕੇ ਲੰਗਰ ਦੀ ਨਿਗਰਾਨੀ ਤੇ ਹੱਥੀਂ ਸੇਵਾ ਦਾ ਕਾਰਜ ਆਪਣੇ ਜ਼ਿੰਮੇ ਲੈ ਲਿਆ। ਥੋੜਾ ਜਿਹਾ ਕੰਮ ਗੁਰਦੇਵ ਪਿਤਾ ਨੇ 22 ਮੰਜੀਆਂ ਦੇ ਨਾਲ ਨਾਰੀ ਜਗਤ ਲਈ ਪੀੜ੍ਹੀਆਂ ਦੀ ਸੇਵਾ ਸੌਂਪੀ ਸੀ। ਉਹੋ ਜਿਹੀ ਧਰਮ ਪ੍ਰਚਾਰ ਦੀ ਸੇਵਾ ਗੁਰਦੇਵ ਪਤੀ ਦੇ ਸਮੇਂ ਮਾਤਾ ਭਾਨੀ ਅੰਮ੍ਰਿਤਸਰ ਵਿੱਚ ਪੂਰਨ ਲਗਨ ਨਾਲ ਨਿਭਾਉਂਦੀ ਰਹੀ। ਜਦੋਂ ਗੁਰਦੇਵ ਪਤੀ ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ 5ਵੀਂ ਨਾਨਕ ਜੋਤ ਬਣਾਇਆ ਤਾਂ ਮਾਤਾ ਭਾਨੀ ਧੰਨ ਧੰਨ ਹੋ ਉੱਠੀ, ਕਿਉਂਕਿ ਹੁਣ ਗੁਰਦੇਵ ਸਪੁੱਤਰ ਦੀ ਮਾਤਾ ਅਖਵਾਉਣ ਯੋਗ ਹੋ ਗਈ। ਮਾਤਾ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਕਰਨ ਵਾਲੇ ਵੱਡੇ ਭਰਾ ਪ੍ਰਿਥੀ ਚੰਦ ਦਾ ਡਟ ਕੇ ਵਿਰੋਧ ਕੀਤਾ ਤੇ ਸਿੱਖ ਸੰਗਤਾਂ ਨੂੰ ਆਪਣੇ ਗੁਰਦੇਵ ਪਤੀ ਦੇ ਫੈਸਲੇ ਦੀ ਪ੍ਰੋੜਤਾ ਕੀਤੀ ਤੇ ਸਮਝਾਇਆ ਕਿ ਕਿਸ ਤਰ੍ਹਾਂ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ ਹੋਈ ਸੀ, ਜਿਸ ਵਿੱਚ ਗੁਰੂ ਅਰਜਨ ਦੇਵ ਜੀ ਹੀ ਸਫਲ ਹੋਏ ਸਨ। ਇਤਿਹਾਸ ਵਿੱਚ ਅੰਕਿਤ ਹੈ ਕਿ ਲਾਹੌਰ ਕਿਸੇ ਨੇੜੇ ਦੇ ਰਿਸ਼ਤੇਦਾਰ ਦੇ ਪੁੱਤਰ ਦੇ ਵਿਆਹ ਤੇ ਗੁਰੂ ਰਾਮਦਾਸ ਜੀ ਨੂੰ ਜਦ ਸੱਦਾ ਆਇਆ ਤਾਂ ਉਹਨਾਂ ਪਹਿਲਾਂ ਪ੍ਰਿਥੀ ਚੰਦ ਨੂੰ ਜਾਣ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ। ਉਦਾਸੀ ਬਿਰਤੀ ਵਾਲੇ ਮਹਾਦੇਵ ਜੀ ਵੀ ਜਾਣ ਲਈ ਤਿਆਰ ਨਾ ਹੋਏ। ਜਦ ਛੋਟੇ ਸਪੁੱਤਰ ਅਰਜਨ ਦੇਵ ਨੂੰ ਆਗਿਆ ਕੀਤੀ ਤਾਂ ਉਹ ਤੁਰੰਤ ਜਾਣ ਲਈ ਤਿਆਰ ਹੋ ਗਏ। ਜਿਵੇਂ ਉਹਨਾਂ ਗੁਰਦੇਵ ਪਿਤਾ ਦਾ ਆਦੇਸ਼ ਮੰਨਿਆ ਤੇ ਲਾਹੌਰ ਜਾ ਕੇ ਗੁਰਮਤ ਜੀਵਨ ਜਾਂਚ ਦਾ ਪ੍ਰਚਾਰ ਕੀਤਾ ਤੇ ਗੁਰੂ ਦਰਬਾਰ ਨਾਲ ਆਪਣਾ ਸਨੇਹ ਪ੍ਰਗਟਾਇਆ। ਉਸ ਨੇ ਉਹਨਾਂ ਨੂੰ 5ਵੀਂ ਨਾਨਕ ਜੋਤ ਬਣਨ ਲਈ ਯੋਗ ਸਿੱਧ ਕੀਤਾ। ਪ੍ਰਿਥੀ ਚੰਦ ਦੀ ਵਿਰੋਧ ਦਾ ਕਾਰਨ ਜਦ ਆਰਥਿਕ ਸੰਕਟ ਵਧਿਆ ਤਾਂ ਉਸ ਔਖੀ ਘੜੀ ਵਿੱਚ ਵੀ ਮਾਤਾ ਭਾਨੀ ਗੁਰੂ ਕੇ ਲੰਗਰ ਦਾ ਪ੍ਰਬੰਧ ਚਲਾਉਂਦੀ ਰਹੀ, ਕਦੇ ਥੁੜ ਨਾ ਆਉਣ ਦਿੱਤੀ। ਗੁਰੂ ਅਰਜਨ ਦੇਵ ਜੀ ਨੇ ਜਦ ਅੰਮ੍ਰਿਤ ਸਰੋਵਰ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਦਾ ਨਕਸ਼ਾ ਤਿਆਰ ਕਰਕੇ ਉਸਾਰੀ ਦਾ ਕਾਰਜ ਆਰੰਭਿਆ ਤਾਂ ਮਾਤਾ ਭਾਨੀ ਤਨੋ ਮਨੋ ਇਸ ਕਾਰਜ ਵਿੱਚ ਯੋਗਦਾਨ ਪਾਉਂਦੀ ਰਹੀ। ਗੁਰੂ ਘਰ ਦੀਆਂ ਸ਼ਰਧਾਲੂ ਸਿੱਖ ਬੀਬੀਆਂ ਨੂੰ ਜਥੇਬੰਦ ਕਰਕੇ ਕਾਰ ਸੇਵਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਦੀ ਰਹੀ ਅਤੇ ਦੂਜਾ ਨਾਰੀਆਂ ਦੇ ਕੀਰਤਨ ਸਤਸੰਗ ਨੂੰ ਬਲਵਾਨ ਰੂਪ ਦੇਣ ਦਾ ਉਪਰਾਲਾ ਕਰਦੀ ਰਹੀ। ਗੁਰੂ ਅਰਜਨ ਦੇਵ ਜੀ ਨੇ ਜਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਆਰੰਭਿਆ ਤਾਂ ਇਸ ਵਿੱਚ ਬੀਬੀ ਭਾਨੀ ਜੀ ਦਾ ਮਹੱਤਵਪੂਰਨ ਸਹਿਯੋਗ ਤੇ ਸਲਾਹ ਵਰਣਨਯੋਗ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਮਾਤਾ ਬੀਬੀ ਭਾਨੀ ਦੀ ਉਤਸ਼ਾਹ ਭਰਪੂਰ ਅਗਵਾਈ ਵਿੱਚ ਬਹੁਤ ਸਾਰੇ ਅਸਥਾਨਾਂ ਦੀ ਉਸਾਰੀ ਕਰਵਾਈ। ਤਰਨਤਾਰਨ ਵਰਗੇ ਮਹਾਨ ਇਤਿਹਾਸਕ ਨਗਰ ਦੀ ਉਸਾਰੀ ਵਿੱਚ ਬੀਬੀ ਭਾਨੀ ਨੇ ਵਿਸ਼ੇਸ਼ ਦਿਲਚਸਪੀ ਲਈ। ਇਸੇ ਲਈ ਬੀਬੀ ਭਾਨੀ ਦੇ ਨਾਂ ਦਾ ਤਰਨਤਾਰਨ ਵਿੱਚ ਇੱਕ ਖੂਹ ਵੀ ਬਣਵਾਇਆ ਗਿਆ। 1655 ਬਿਕਰਮੀ ਅਨੁਸਾਰ 1598 ਈਸਵੀ ਨੂੰ ਮਾਤਾ ਭਾਨੀ ਜੀ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅਕਾਲ ਚਲਾਣਾ ਗੋਇੰਦਵਾਲ ਵਿੱਚ ਹੋਇਆ। ਇਸ ਤੋਂ ਸਪਸ਼ਟ ਹੈ ਕਿ ਮਾਤਾ ਭਾਨੀ ਇੱਕੋ ਵੇਲੇ ਗੋਇੰਦਵਾਲ, ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਗੁਰਮਤ ਪ੍ਰਚਾਰ ਦੇ ਤੇ ਸਿੱਖੀ ਜੀਵਨ ਜਾਂਚ ਦੇ ਵਿਕਾਸ ਵਿੱਚ ਯੋਗਦਾਨ ਆਪਣੇ ਸਮੁੱਚੇ ਜੀਵਨ ਕਾਲ ਵਿੱਚ ਨਿਭਾਉਂਦੀ ਰਹੀ। ਗੁਰਦੇਵ ਪਿਤਾ, ਗੁਰਦੇਵ ਪਤੀ ਤੇ ਗੁਰਦੇਵ ਸਪੁੱਤਰ ਨਾਲ ਰਹਿੰਦਿਆਂ ਕਰਮਯੋਗ, ਹਠਯੋਗ, ਰਾਜਯੋਗ ਤਾਂ ਸਹਿਜ ਯੋਗ ਦੀ ਚਰਮ ਸੀਮਾ ਨੂੰ ਪ੍ਰਾਪਤ ਹੋ ਚੁੱਕੀ ਸੀ। ਇਤਿਹਾਸਕ ਹਵਾਲਿਆਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੀ ਮਾਤਾ ਬੀਬੀ ਭਾਨੀ ਦੀ ਪ੍ਰੇਰਣਾ ਅਤੇ ਯਤਨ ਨਾਲ ਮਾਤਾ ਗੰਗਾ ਜੀ ਦੇ ਨਾਲ ਵਿਆਹ ਕਰਨ ਲਈ ਤਿਆਰ ਹੋਏ। ਮਾਤਾ ਭਾਨੀ ਜੀ ਦੇ ਅਕਾਲ ਚਲਾਣਾ ਕਰਨ ਤੋਂ 3 ਸਾਲ ਪਹਿਲਾਂ 1595 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।
ਇਉਂ ਪੋਤਰੇ ਦੇ ਦਰਸ਼ਨ ਕਰਕੇ ਅਤੇ ਉਸ ਨੂੰ ਉਤਸ਼ਾਹ ਭਰੀਆਂ ਲੋਰੀਆਂ ਦੇ ਕੇ 65 ਸਾਲ ਦੀ ਉਮਰ ਵਿੱਚ ਮਾਤਾ ਭਾਨੀ ਜੀ ਪਰਲੋਕ ਸਿਧਾਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।